ਹਰਦੀਪ ਕੌਰ ਵੱਲੋਂ 2018 ਦੇ ਵਿੱਚ ਬਾਹਰਲੀਆਂ ਕੰਟਰੀਆਂ ਦੇ ਵਿੱਚ ਵੀ ਕਰਾਟੇ ਦੀ ਗੇਮ ਖੇਡੀ ਗਈ ਤੇ ਇੰਡੀਆ ਦੇ ਲਈ ਮੈਡਲ ਲਿਆਂਦਾ ਗਿਆ। ਅੱਜ ਜਿਹੜੀ ਉਹਨਾਂ ਦੀ ਮਜਬੂਰੀ ਆ ਆਪਦਾ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਖੇਤਾਂ ਦੇ ਵਿੱਚ ਝੋਨਾ ਲਗਾ ਰਹੇ ਆ। ਸਰ ਕੱਲ੍ਹ ਨਾ ਇੱਕ ਨਿਊਜ਼ ਵਾਲਿਆਂ ਨੇ ਵੀਡੀਓ ਕਾਨਫਰੰਸ ਰਾਹੀਂ ਜੂਮ ਐਪ ਰਾਹੀਂ ਸਪੋਰਟਸ ਮੰਤਰੀ ਜੀ ਨਾਲ ਗੱਲ ਕਰਵਾਈ ਸੀ। ਉਹਨਾਂ ਨਾਲ ਮੇਰੀ ਗੱਲ ਹੋਈ, ਉਹਨਾਂ ਨੇ ਕਿਹਾ ਵੀ ਤੁਹਾਨੂੰ ਇੱਕ ਬੱਚੀ ਮਿਲੀ ਹੋਊਗੀ 2018 'ਚ, ਤੁਸੀਂ ਉਹਨਾਂ ਨੂੰ ਜੋਬ ਦਾ ਵਾਅਦਾ ਕੀਤਾ ਸੀਗਾ ਹੈ ਨਾ, ਤੇ ਉਹ ਕਹਿੰਦੇ ਵੀ ਨਹੀਂ ਮੇਰੇ ਕੋਲ ਕੋਈ ਬੱਚਾ ਨਹੀਂ ਆਇਆ। ਪੰਜਾਬ ਸਰਕਾਰ ਵੱਲੋਂ ਲਗਾਤਾਰ ਨੌਜਵਾਨਾਂ ਨੂੰ ਪੰਜਾਬੀਅਤ ਨੂੰ ਖੇਡਾਂ ਦੇ ਵੱਲ ਪ੍ਰੇਰਿਤ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਤੇ ਲਗਾਤਾਰ ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵੱਲ ਜੇਕਰ ਪ੍ਰੇਰਿਤ ਹੋਣ ਬੱਚੇ ਤਾਂ ਉਹ ਆਪਣਾ ਭਵਿੱਖ ਬਣਾ ਸਕਦੇ ਆ। ਪਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਗੱਲਾਂ ਨੇ ਉਹ ਗੱਲਾਂ ਹੀ ਰਹਿ ਜਾਂਦੀਆਂ ਨੇ, ਕਿਉਂਕਿ ਅਕਸਰ ਦੇਖਣ ਨੂੰ ਮਿਲਦਾ ਜੇਕਰ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਜਾਂਦੇ ਆ ਤਾਂ ਉੱਥੇ ਖੇਡਾਂ ਖੇਡਣ ਵਾਲੇ ਖੇਡ ਪ੍ਰੇਮੀ ਬਹੁਤ ਆ, ਪਰ ਸਰਕਾਰ ਦੀਆਂ ਗੱਲਾਂ ਉਹਨਾਂ ਦੀ ਪੂਰੀਆਂ ਨਹੀਂ ਉਤਰਦੀਆਂ। ਉਸੇ ਤਰ੍ਹਾਂ ਦਾ ਤੁਹਾਨੂੰ ਇੱਕ ਕੇਸ ਦਿਖਾਵਾਂਗੇ ਜਿੱਥੇ ਕਿ ਹਰਦੀਪ ਕੌਰ ਨਾਮ ਦੀ ਕੁੜੀ ਆ ਸਾਡੇ ਨਾਲ, ਤੇ ਹਰਦੀਪ ਕੌਰ ਵੱਲੋਂ 2018 ਦੇ ਵਿੱਚ ਬਾਹਰਲੀਆਂ ਕੰਟਰੀਆਂ ਦੇ ਵਿੱਚ ਵੀ ਕਰਾਟੇ ਦੀ ਗੇਮ ਖੇਡੀ ਗਈ ਤੇ ਇੰਡੀਆ ਦੇ ਲਈ ਮੈਡਲ ਲਿਆਂਦਾ ਗਿਆ। ਪਰ ਉਸ ਸਮੇਂ ਰਾਣਾ ਗੁਰਮੀਤ ਸਿੰਘ ਮੰਤਰੀ ਆ ਤੇ ਉਹਨਾਂ ਵੱਲੋਂ ਇਹਨਾਂ ਨੂੰ ਨੌਕਰੀ ਬਾਰੇ ਕਿਹਾ ਗਿਆ ਕਿ ਤੁਹਾਨੂੰ ਨੌਕਰੀ ਵੀ ਦੇਵਾਂਗੇ, ਪਰ ਇਹਨਾਂ ਵੱਲੋਂ ਲਗਾਤਾਰ ਚੰਡੀਗੜ੍ਹ ਦੇ ਚੱਕਰ ਕੱਢੇ ਗਏ ਤੇ ਇਹਨਾਂ ਨੂੰ ਉੱਥੇ ਨੌਕਰੀ ਤਾਂ ਕੀ ਮਿਲਣੀ ਸੀ ਉਹ ਖੁਦ ਵੀ ਨਹੀਂ ਮਿਲੇ, ਖਾਲੀ ਲਾਰਿਆਂ ਦੇ ਵਿੱਚ ਸਮਾਂ ਰਿਹਾ। ਤੇ ਅੱਜ ਜਿਹੜੀ ਉਹਨਾਂ ਦੀ ਮਜਬੂਰੀ ਆ ਉਹ ਇਹਨਾਂ ਨੂੰ ਖੇਤਾਂ ਤੱਕ ਖਿੱਚ ਕੇ ਲੈ ਕੇ ਗਈ ਹੈ ਤੇ ਅੱਜ ਉਹ ਆਪਦਾ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਖੇਤਾਂ ਦੇ ਵਿੱਚ ਝੋਨਾ ਲਗਾ ਰਹੇ ਆ। ਗੱਲ ਕਰਾਂਗੇ ਉਹਨਾਂ ਨਾਲ, ਉਹਨਾਂ ਦਾ ਕੀ ਕਹਿਣਾ ਗਾ। ਜਿਹੜੀ ਰਾਜੇ ਤੁਸੀਂ ਗੇਮ ਖੇਡੀ ਸੀ, ਕਦੋਂ ਤੋਂ ਖੇਡਣ ਲੱਗੇ ਹੋ, ਕਿਵੇਂ ਖੇਡੀ ਹੋ? ਸਰ ਗੇਮ ਤਾਂ ਮੈਂ ਸਕੂਲ ਟਾਈਮ 'ਤੇ ਸਟਾਰਟ ਕੀਤੀ ਸੀ। ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਹੀ ਪੜ੍ਹੀ ਹਾਂਗੀ 10th ਤੱਕ। ਉੱਥੇ ਹੀ ਸਿਖਾਉਂਦੇ ਹੁੰਦੇ ਸੀਗੇ। ਇੱਕ ਮੁਹਿੰਮ ਚਲਾਈ ਗਈ ਸੀਗੀ ਕੇਂਦਰ ਸਰਕਾਰ ਵੱਲੋਂ ਔਰ ਪੰਜਾਬ ਸਰਕਾਰ ਵੱਲੋਂ, ਜਿਹੜੀ ਕੈਬਨਿਟ ਮੰਤਰੀ ਨੇ ਆਪਣੇ ਹਰਸਿਮਰਤ ਕੌਰ ਬਾਦਲ ਜੀ, ਉਹਨਾਂ ਵੱਲੋਂ ਚਲਾਈ ਗਈ ਸੀ। ਉਹਨਾਂ ਨੇ ਬੇਟੀ ਪੜ੍ਹਾਓ ਬੇਟੀ ਬਚਾਓ ਹੈ ਨਾ, ਕੁੜੀਆਂ ਦੇ ਸੈਲਫ ਡਿਫੈਂਸ ਲਈ ਇਹ ਗੇਮ ਚਲਾਈ ਗਈ ਸੀਗੀ। ਔਰ ਉਹਦੇ ਵਿੱਚ ਇੱਕ ਇੰਸਟਰਕਟਰ ਆਉਂਦੀ ਹੁੰਦੀ ਸੀ ਕੁੜੀ ਸਿਖਾਉਣ ਵਾਸਤੇ 1 ਮੰਥ ਵਾਸਤੇ, ਔਰ ਉਹ ਸਿਖਾਉਂਦੀ ਹੁੰਦੀ ਸੀ। ਤਾਂ ਮੈਂ ਸਕੂਲ 'ਚ ਸਿੱਖੇ ਸੀਗੇ। ਚਲੋ 1 ਮਹੀਨਾ ਉਹਨਾਂ ਨੇ ਸਿਖਾਇਆ ਸਾਨੂੰ। ਉਹ ਇੱਕ ਪੀਰੀਅਡ ਵਿੱਚ 35 ਮਿੰਟ ਹੀ ਸਿਖਾ ਕੇ ਜਾਂਦੇ ਹੁੰਦੇ ਸੀਗੇ, ਉਸ ਵਿੱਚ ਹੀ ਸਾਰਾ ਕੁਛ ਹੈ ਨਾ 1 ਮਹੀਨਾ ਸਿਖਾਇਆ ਉਹਨਾਂ ਨੇ ਸਾਨੂੰ। ਔਰ 1 ਮਹੀਨਾ ਸਿੱਖਣ ਤੋਂ ਬਾਅਦ ਉੱਥੇ ਹੀ ਹੈ ਨਾ ਫਿਰ ਉਹ ਜਿਹੜੇ ਵਧੀਆ ਬੱਚੇ ਹੁੰਦੇ, ਜਿਵੇਂ 3-4 ਬੱਚੇ ਕੱਢੇ ਜਾਂਦੇ ਹਨ, ਉਹਨਾਂ ਨੂੰ ਸਟੇਜ ਦੇ ਉੱਪਰ ਬੁਲਾ ਕੇ ਉਹਨਾਂ ਦਾ ਵਧੀਆ ਚਲੋ ਪਰਫੋਰਮੈਂਸ ਦੇਖੀ ਜਾਂਦੀ ਵੀ ਕਿਹੜਾ ਬੱਚਾ ਵਧੀਆ, ਫਿਰ ਉਹਨੂੰ ਪ੍ਰਾਈਜ਼ ਦਿੱਤਾ ਜਾਂਦਾ। ਤਾਂ ਉਸ ਟਾਈਮ ਐਵੇਂ ਹੋਇਆ ਸੀਗਾ ਵੀ ਚਲੋ ਮੇਰੀ ਵਧੀਆ ਪਰਫੋਰਮੈਂਸ ਸੀ, ਉਹਨਾਂ ਨੇ ਮੈਨੂੰ ਪ੍ਰਾਈਜ਼ ਵੀ ਦਿੱਤਾ। ਔਰ ਇਸ ਤੋਂ ਬਾਅਦ ਫਿਰ ਜਿਹੜੀ ਉਹ ਇੰਸਟਰਕਟਰ ਸੀਗੀ ਦੀਦੀ, ਉਹ ਨਾਲ ਦੇ ਪਿੰਡ ਦੀ ਉਹ ਸੀਗੀ, ਉਹਨਾਂ ਨੇ ਮੈਨੂੰ ਕਿਹਾ ਵੀ ਸਟੇਟ ਹੋ ਰਹੀ ਹੈ ਵੀ ਤੂੰ ਵਧੀਆ ਖੇਡਦੀ ਆ ਹੈ ਨਾ, ਤਾਂ ਤੂੰ ਚਲੀ ਜਾ। ਉਹਨੇ ਮੇਰੇ ਸਕੂਲ 'ਚ ਦੱਸਿਆ। ਚਲੋ ਮੈਂ ਘਰੇ ਹੈ ਨਾ ਕਿਹਾ ਵੀ ਮੈਂ ਖੇਡਣ ਜਾਣਾ, ਤਾਂ ਮੇਰੇ ਪਾਪਾ ਨੇ ਮੈਨੂੰ ਚਲੋ ਪੈਸੇ ਲਿਆ ਦੇ। ਉਤੋਂ ਅਸੀਂ ਉੱਥੋਂ 2-3 ਅੰਮ੍ਰਿਤਸਰ ਹੋਈ ਸੀ ਪਹਿਲੀ ਵਾਰ, 2-3 ਹਜ਼ਾਰ ਰੁਪਏ ਚਲੋ ਲਿਆ, ਤਾਂ ਉੱਥੇ ਗਏ ਅਸੀਂ ਟ੍ਰੇਨ 'ਚ। ਔਰ ਉੱਥੋਂ ਮੇਰੀ ਸਟੇਟ ਸੀਗੀ ਸਰ, ਸਟੇਟ 'ਚੋਂ ਮੇਰਾ ਉੱਥੋਂ ਸਿਲਵਰ ਮੈਡਲ ਆਇਆ ਸੀਗਾ ਅੰਮ੍ਰਿਤਸਰ ਤੋਂ। ਇਸ ਤੋਂ ਬਾਅਦ ਸਰ ਫਿਰ ਐਵੇਂ ਅੱਗੇ ਚੱਲੀ ਗਿਆ ਹੈ ਨਾ, ਮੈਂ ਸਟੇਟ ਬਹੁਤ ਸਾਰੀ ਖੇਡੀਆਂ। ਫਿਰ ਮੈਂ 2014 'ਚ ਸੈਕਿੰਡ ਨੈਸ਼ਨਲ ਹੋਈ ਸੀ। ਨੈਸ਼ਨਲ ਗੇਮ ਹੋਈਆਂ ਸੀਗੀਆਂ ਟਾਲਕਟੋਰਾ ਸਟੇਡੀਅਮ 'ਚ ਦਿੱਲੀ, ਉੱਥੋਂ ਸਰ ਖੇਡਿਆ, ਉੱਥੋਂ ਮੇਰਾ ਬਰਾਊਨਜ਼ ਮੈਡਲ ਸੀਗਾ। ਇਸ ਤੋਂ ਬਾਅਦ ਸਰ ਫਿਰ ਮੈਂ +1 +2 ਆਪਣੇ ਇੱਥੇ ਕੀਤੀ ਹੈ ਨਾ, ਪਿੰਡ ਦੇ ਸਕੂਲ ਨਾਲ ਦਾ ਪਿੰਡ ਆ ਫਾਫੜੇ ਭਾਈ ਕੇ ਹੈ ਨਾ, ਗਰਲ ਸਕੂਲ 'ਚ ਉੱਥੇ ਕੀਤੀ ਸੀ। ਉੱਥੋਂ ਵੀ ਸਰ ਮੇਰਾ ਪਹਿਲੀ ਵਾਰ ਮੈਂ ਸਟੇਟ ਖੇਡੀ ਹੈ ਨਾ, ਕਿਉਂਕਿ ਕੋਈ ਕੋਚ ਵੀ ਹੈ ਨਹੀਂ ਸੀਗਾ ਔਰ ਸਕੂਲ ਵਾਲੇ ਵੀ ਬਿਲਕੁਲ ਹੀ ਨਹੀਂ ਸੀ ਭੇਜਦੇ। ਮੈਂ ਖੁਦ ਹੀ ਗਈ ਸੀ ਸਟੇਟ ਖੇਡਾਂ, ਆਪਣੀਆਂ ਸਮਰੀ ਸ਼ੀਟਾਂ ਵੀ ਖੁਦ ਹੀ ਲੈ ਕੇ ਹੈ ਨਾ, ਖੁਦ ਹੀ ਗਈ ਸੀ ਜੀ। ਅਤੇ ਉੱਥੋਂ ਮੈਂ ਪਹਿਲੀ ਵਾਰ ਜਦੋਂ ਗਈ ਉੱਥੇ ਸੰਗਰੂਰ, ਉੱਥੇ ਮੇਰੇ ਸਮਰੀ ਸ਼ੀਟਾਂ ਹੀ ਨਹੀਂ ਭੇਜੀਆਂ ਗਈਆਂ, ਪਰ ਮੈਂ ਖੇਡ ਗਈ ਸੀ ਸਰ ਉੱਥੇ। ਫਿਰ ਵੀ ਚਲੋ ਜਿਹੜੇ ਮੇਰੇ ਕੋਚ ਸਾਹਿਬ ਸੀ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ। ਉਹਨਾਂ ਨੇ ਉੱਥੇ ਰਿਕੁਐਸਟ ਕੀਤੀ ਵੀ ਬੱਚਾ ਬਹੁਤ ਮਿਹਨਤੀ ਹੈ, ਪਲੀਜ਼ ਤੁਸੀਂ ਹੈ ਨਾ ਇਹਦੀ ਫਾਈਟ ਕਰਵਾਓ, ਇਹਦੀ ਸਮਰੀ ਸ਼ੀਟਾਂ ਕੋਈ ਨਹੀਂ ਅਸੀਂ ਖੁਦ ਤੁਹਾਡੇ ਕੋਲ ਭੇਜ ਦਾਂਗੇ। ਉੱਥੇ ਸਮਰੀ ਸ਼ੀਟਾਂ ਚਲੋ ਬਾਅਦ 'ਚ ਭੇਜੀਆਂ ਗਈਆਂ, ਪਰ ਅੱਜ ਤੱਕ ਉਹ ਮੇਰਾ DMC ਵੀ ਨਹੀਂ ਆਇਆ, ਉੱਥੇ ਮੈਂ ਖੇਡੀ ਵੀ ਹਾਂ। ਪਰ ਇਸ ਤੋਂ ਬਾਅਦ ਫਿਰ ਸਰ +2 'ਚ ਜਦੋਂ ਮੈਂ ਸੀਗੀ, ਫਿਰ ਮੈਂ ਦੁਬਾਰਾ ਤੋਂ ਸਟੇਟ ਕੀਤੀ ਸਰ। ਜਦੋਂ ਮੈਂ +2 'ਚ ਸੀਗੀ ਤਾਂ ਮੈਂ ਆਪਣੇ ਪਿੰਡ ਦੇ ਸਕੂਲ 'ਚ ਹੀ ਪ੍ਰੈਕਟਿਸ ਕਰਦੀ ਹੁੰਦੀ ਸੀ ਆਪਣੇ ਭਰਾ ਨਾਲ। ਸਵੇਰੇ 4 ਵਜੇ ਅਸੀਂ ਚਲੇ ਜਾਣਾ ਘਰੋਂ ਹੈ ਨਾ, ਗਰਾਊਂਡ 'ਚ ਚਲੋ 2 ਘੰਟੇ ਪ੍ਰੈਕਟਿਸ ਕਰਕੇ ਆਉਣੀ, ਫਿਰ ਮੈਂ ਆ ਕੇ ਸਕੂਲ ਜਾਣਾ ਹੈ ਨਾ। ਫਿਰ ਮੇਰੀ +2 ਵਿੱਚ ਸਰ ਸਕੂਲ ਤੋਂ ਆ ਕੇ ਫਿਰ ਮੈਂ ਟਿਊਸ਼ਨ 'ਤੇ ਜਾਂਦੀ ਹੁੰਦੀ ਸੀ ਪਿੰਡ ਦੇ ਚਾਚੇ ਕੋਲ। ਅਤੇ ਉਸ ਟਾਈਮ ਸਰ ਬਹੁਤ ਸੀਗਾ, ਮੈਨੂੰ ਐਵੇਂ ਸੀਗਾ ਵੀ ਚਲੋ ਮੇਰੇ 80% ਤੋਂ ਉੱਪਰ ਨੰਬਰ ਆਉਣ ਤਾਂ ਜੋ ਮੇਰੀ ਅੱਗੇ ਚਲੋ ਪੜ੍ਹਾਈ ਸੌਖੀ ਹੋ ਸਕੇ ਸਰ, ਕਿਉਂਕਿ ਮੈਂ ਅੱਗੇ ਵੀ ਪੜ੍ਹਨਾ ਚਾਹੁੰਦੀ ਸੀ। ਮੈਂ ਅੱਗੇ BPS ਕਰੀ ਗੁਰੂ ਕਾਸ਼ੀ ਯੂਨੀਵਰਸਿਟੀ 'ਚ, ਵੀ ਮੇਰੀ ਸਕੋਲਰਸ਼ਿਪ ਵਗੈਰਾ ਲੱਗ ਸਕੇ।
ਮਤਲਬ ਫੀਸ ਨਾ ਦੇਣੀ ਪਵੇ ਕਾਲਜ 'ਚ, ਇਸ ਲਈ ਪੜ੍ਹਾਈ ਵਿੱਚ ਵੀ ਪੂਰੀ ਮਿਹਨਤ ਕੀਤੀ ਔਰ ਗੇਮ ਵਿੱਚ ਵੀ ਸਰ। ਉੱਥੋਂ ਫਿਰ ਮੇਰਾ ਸਕੂਲੀ ਗੇਮ 'ਚੋਂ ਸਟੇਟ 'ਚ ਮੈਡਲ ਆਇਆ। ਮਾਨਸਾ ਡਿਸਟ੍ਰਿਕਟ ਦਾ ਸਾਡਾ ਸਿਰਫ ਮੇਰੇ ਇਕੱਲਾ ਮੈਡਲ ਸੀਗਾ, ਸਿਰਫ ਮੈਂ ਹੀ ਕੁੜੀ ਸੀ ਜਿਹਦਾ ਮੈਡਲ ਸੀਗਾ ਮਾਨਸਾ ਡਿਸਟ੍ਰਿਕਟ 'ਚੋਂ, ਨਹੀਂ ਹੋਰ ਕਿਸੇ ਦਾ ਮੈਡਲ ਨਹੀਂ ਸੀ ਕਰਾਟੇ 'ਚੋਂ। ਇਸ ਤੋਂ ਬਾਅਦ ਸਰ 2018 ਵਿੱਚ ਫਿਰ 2017 ਸਰ ਫਿਰ ਮੈਂ ਕਾਂਗੜਾ ਗਈ ਹੈ ਨਾ, ਉੱਥੇ ਇੱਕ ਇੰਟਰਨੈਸ਼ਨਲ ਹੋਈ ਸੀਗੀ ਓਪਨ, ਉਸ ਵਿੱਚੋਂ ਸਰ ਮੇਰਾ ਗੋਲਡ ਆਇਆ। ਇਸ ਵਾਰ ਫਿਰ ਸਰ ਟਰਾਇਲ ਵਗੈਰਾ ਹੋਏ, ਫਿਰ ਅਸੀਂ ਮੈਨੂੰ 2018 'ਚ ਚਲੋ ਐਵੇਂ ਹੈ ਨਾ ਕਾਂਗੜਾ ਮੈਂ ਖੇਡ ਕੇ ਆਈ, ਫਿਰ ਨਿਊਜ਼ ਵਗੈਰਾ ਲੱਗੀਆਂ, ਸਮਾਜਿਕ ਸੰਸਥਾਵਾਂ ਨੇ ਮੇਰੀ ਬਹੁਤ ਹੈਲਪ ਕੀਤੀ, ਤਾਂ ਮੈਂ ਟਰਾਇਲ ਦੇ ਆਈ ਚਲੋ ਮਲੇਸ਼ੀਆ ਵਾਸਤੇ। ਮੈਨੂੰ ਉਮੀਦ ਮਤਲਬ ਥੋੜ੍ਹੀ ਜਿਹੀ ਉਮੀਦ ਸੀ ਵੀ ਕਿਤੇ ਚਲੋ, ਮੈਨੂੰ ਵੈਸੇ ਤਾਂ ਘਰ ਦੇ ਹਾਲਾਤ ਦੇਖ ਕੇ ਤਾਂ ਨਹੀਂ ਲੱਗਦਾ ਸੀ ਵੀ ਮੈਂ ਬਾਹਰ ਖੇਡ ਸਕੂੰਗੀ, ਪਰ ਫਿਰ ਵੀ ਥੋੜ੍ਹੀ ਜਿਹੀ ਉਮੀਦ ਸੀ ਕਿਤੇ ਨਾ ਕਿਤੇ ਦਿਲ 'ਚ ਵੀ ਚਲੋ ਹੈ ਨਾ, ਹੈਲਪਿੰਗ ਹੈਂਡ ਬਹੁਤ ਸਾਰੇ ਨੇਗੇ ਹੈ ਨਾ ਜੋ ਮੇਰੀ ਮਦਦ ਕਰਨਗੇ। ਫਿਰ ਮੈਂ ਸਰ ਮਲੇਸ਼ੀਆ ਵਾਸਤੇ ਜਦੋਂ ਮੈਂ ਕੁਆਲੀਫਾਈ ਹੋਈ ਹੈ ਨਾ, ਤਾਂ ਸਰ ਨੇ ਮੈਨੂੰ, ਮੇਰੇ ਕੋਚ ਸਰ ਨੇ ਕਿਹਾ ਵੀ ਤੂੰ ਪਾਸਪੋਰਟ ਅਪਲਾਈ ਕਰ ਲਾ ਆਪਣਾ, ਵੀ ਤੇਰੀ ਸਿਲੈਕਸ਼ਨ ਹੋ ਚੁੱਕੀ ਹੈ। ਸਰ ਨੇ ਮੈਨੂੰ ਮੇਰਾ ਸਿਲੈਕਸ਼ਨ ਲਿਸਟ ਭੇਜਤੀ ਸਰ, ਸਾਰਾ ਕੁਝ ਭੇਜਤਾ। ਮੈਂ ਗੁਰੂ ਕਾਸ਼ੀ ਯੂਨੀਵਰਸਿਟੀ 'ਚ ਦਿਖਾਇਆ, ਜਿਹੜੇ ਸਾਡੇ HOD ਨੇ ਉਹ ਕਹਿੰਦੇ ਠੀਕ ਆ ਵੀ ਬੇਟਾ ਤੂੰ ਜਾ ਸਕਦੀ ਆ। ਤਾਂ ਸਰ 1 ਮਹੀਨੇ ਵਾਸਤੇ ਮੈਂ ਫਿਰ ਬਠਿੰਡੇ ਸਰ ਕੋਲ ਹੀ ਕੈਂਪ ਲਾਇਆ, ਜਿਹੜੇ ਮੇਰੇ ਕੋਚ ਸਾਹਿਬ ਨੇ ਉਹ ਗਿੱਦੜਬਾਹੇ ਤੋਂ ਨੇ, ਪਰ ਉਹ ਬਠਿੰਡੇ ਸਿਖਾਉਂਦੇ ਹੁੰਦੇ ਸੀ, ਤਾਂ ਉਹਨਾਂ ਨੇ ਬਠਿੰਡੇ ਸਪੈਸ਼ਲੀ ਮੇਰੇ ਲਈ ਆ ਕੇ ਉੱਥੇ ਕੈਂਪ ਲਾਇਆ ਸਰ ਨੇ। ਉੱਥੇ ਮੈਂ ਰਹੀ ਸਰ, ਆਪਣਾ ਖਰਚਾ ਪਾਣੀ ਕੀਤਾ ਜੀ, ਉੱਥੇ ਬਸ ਰੂਮ ਲੈ ਕੇ ਰਹੀ 1 ਮਹੀਨਾ, ਰੋਟੀ ਪਾਣੀ ਆਪਣਾ ਖਾਧਾ ਆਪਣੇ ਮਤਲਬ ਘਰ ਦੇ ਖਰਚੇ ਤੋਂ ਹੀ। ਫਿਰ ਇਸ ਤੋਂ ਬਾਅਦ ਸਰ ਮੈਂ ਮਲੇਸ਼ੀਆ ਖੇਡਣ ਗਈ 5 ਮਈ ਤੋਂ 7 ਮਈ ਤੱਕ ਉੱਥੇ ਚਲੋ ਟੂਰਨਾਮੈਂਟ ਹੋਇਆ, ਖੇਡੀ, ਮੇਰਾ ਬ੍ਰੌਂਜ ਮੈਡਲ ਆਇਆ ਹੈ ਨਾ, ਵਧੀਆ। ਮੈਨੂੰ ਉਸ ਟਾਈਮ ਬਹੁਤ ਖੁਸ਼ੀ ਹੋਈ ਵੀ ਚਲੋ ਹੁਣ ਮੇਰਾ ਹੋ ਗਿਆ ਸਭ ਕੁਛ, ਵੀ ਹੁਣ ਚਲੋ ਹੁਣ ਜਿਹੜੇ ਔਖੇ ਦਿਨ ਸੀ ਉਹ ਕੱਟੇ ਗਏ, ਅੱਗੇ ਗੇਮ ਵਧੀਆ ਹੋਊਗੀ, ਕਿਉਂਕਿ ਮੇਰੀ ਮੇਰੀ ਸੋਚ ਸੀਗੀ ਵੀ ਚਲੋ ਵੀ ਮੈਂ ਇੱਥੋਂ ਮਲੇਸ਼ੀਆ ਦਾ ਮੈਡਲ ਜਿੱਤਿਆ, ਚਲੋ ਏਸ਼ੀਆ ਗੇਮ ਵਗੈਰਾ 'ਚ ਜਾਵਾਂਗੇ ਹੈ ਨਾ, ਫੋਰਨ ਕੰਟਰੀਆਂ 'ਚ ਖੇਡਾਂਗੇ ਵਧੀਆ, ਚਲੋ ਆਪਣੇ ਦੇਸ਼ ਲਈ ਹੈ ਨਾ ਰੀਪ੍ਰਜੈਂਟ। ਪਰ ਉਹ ਸਭ ਇੱਕ ਸੁਪਨਾ ਹੀ ਬਣ ਕੇ ਰਹਿ ਗਿਆ ਜੀ, ਕਿਉਂਕਿ ਘਰ ਦੇ ਹਾਲਾਤ ਵੀ ਇੰਨੇ ਜ਼ਿਆਦਾ ਵਧੀਆ ਨਹੀਂ ਹੈਗੇ। ਮੇਰੇ ਪਾਪਾ ਦਿਹਾੜੀ ਕਰਦੇ ਆ ਜੀ, ਮੇਰੀ ਮੰਮਾ ਵੀ, ਅਤੇ ਘਰ ਵੀ ਹੈ ਨਹੀਂ ਸਾਡੇ ਕੋਲ ਆਪਣਾ ਜੀ, ਮਤਲਬ ਹੈ ਨਹੀਂ ਇੰਨਾ ਵਧੀਆ ਸਿਸਟਮ ਵੀ ਮੇਰੇ ਪਾਪਾ ਮੈਨੂੰ ਪੜ੍ਹਾ ਸਕਣ। ਪੜ੍ਹਾ ਵੀ ਰਹੇ ਆ ਵਿਚਾਰੇ ਮੈਨੂੰ, ਹੁਣ ਖਿਡਾ ਵੀ ਰਹੇ, ਹੁਣ ਤੱਕ ਵੀ ਉਹ ਮੈਨੂੰ ਪੈਸੇ ਦੇ ਰਿਹਾ, ਚਲੋ ਜਿਵੇਂ ਕਰਕੇ ਮੈਂ ਵੀ ਹੁਣ ਸ਼ੁਰੂ ਤੋਂ ਹੀ ਮੈਂ ਵੀ ਹੈਲਪ ਕਰਦੀ ਹਾਂ। ਮੈਂ 10ਵੀਂ ਕਲਾਸ ਦਾ ਵੀ ਝੋਨਾ ਲਾ ਕੇ ਆਪਣਾ ਭਰਿਆ ਸੀਗਾ ਰਿਜ਼ਲਟ, ਐਡਮਿਸ਼ਨ ਲਈ ਸੀ ਆਪਣੀ 10ਵੀਂ ਕਲਾਸ 'ਚ, ਫਿਰ +1 'ਚ ਐਡਮਿਸ਼ਨ ਲਈ ਜਦੋਂ ਆਪਣੀ ਕਿਤਾਬਾਂ ਖਰੀਦੀਆਂ। ਮਤਲਬ ਇਸੇ ਤਰ੍ਹਾਂ ਹੀ ਹੈ ਨਾ ਸਰ ਚੱਲਦਾ ਰਿਹਾ। ਮੈਨੂੰ ਐਂ ਸੀ ਵੀ ਚਲੋ ਕਦੇ ਨਾ ਕਦੇ ਚਲੋ ਵਧੀਆ ਦਿਨ ਆਉਣਗੇ ਹੈ ਨਾ, ਇੰਨੀ ਮਿਹਨਤ ਤੋਂ ਬਾਅਦ। ਪਰ 2018 'ਚ ਇੱਕ ਵਾਰ ਜਦੋਂ ਸਪੋਰਟਸ ਮੰਤਰੀ ਜੀ ਨੇ ਮੈਨੂੰ ਬੁਲਾਇਆ ਹੈ ਨਾ, ਉਹਨਾਂ ਨੇ ਆਪਣੇ ਆਫਿਸ 'ਚ ਬੁਲਾਇਆ, ਚਲੋ ਮੈਂ ਆਪਣੇ ਡਾਕੂਮੈਂਟ ਸਾਰੇ ਲੈ ਗਈ, ਉਹਨਾਂ ਨੇ ਕਿਹਾ ਵੀ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਆਓ, ਇੱਕ ਐਪਲੀਕੇਸ਼ਨ ਲਿਖ ਕੇ ਉਹਨਾਂ ਨੇ ਸਬਮਿਟ ਕਰਵਾਤੀ। ਉੱਥੇ ਮੇਰੇ ਪਾਪਾ ਗਏ ਸੀ, ਮੈਂ ਗਈ ਸੀ, ਸਾਡੇ ਪਿੰਡ ਦੇ ਸਰਪੰਚ ਜੀ ਗਏ ਸੀਗੇ, ਅਤੇ ਇੱਕ ਰਾਮਪਾਲ ਢੈਪੀ ਜਿਹੜੇ ਜਨਰਲ ਸਕੱਤਰ ਸੀਗੇ ਉਹ ਗਏ ਸੀਗੇ। ਉਹਨਾਂ ਨੇ ਸਾਨੂੰ, ਉਹਨਾਂ ਦੇ ਥਰੂ ਹੀ ਗਏ ਸੀ ਅਸੀਂ ਉਹਨਾਂ ਕੋਲ। ਅਸੀਂ ਜਦੋਂ ਗਏ ਉਹਨਾਂ ਨੇ ਸਾਥੋਂ ਡਾਕੂਮੈਂਟ ਰੱਖੇ, ਕਹਿਤਾ ਵੀ ਚਲੋ ਵੀ ਤੁਹਾਨੂੰ ਦੱਸਿਆ ਜਾਊਗਾ ਜੋ ਵੀ ਅੱਗੇ ਹੋਊਗਾ ਪ੍ਰੋਸੀਜਰ। ਫਿਰ ਸਰ 2-3 ਮਹੀਨੇ ਕੋਈ ਮਤਲਬ ਆਇਆ ਨਹੀਂ ਹੈਗਾ ਉਹਨਾਂ ਦਾ ਜਵਾਬ, ਪਰ ਮੇਰੇ ਪਾਪਾ ਕਹਿੰਦੇ ਵੀ ਆਪਾਂ ਜਾ ਆਉਣੇ ਇੱਕ ਵਾਰ। ਚਲੋ ਅਸੀਂ ਇੱਕ ਵਾਰ, ਮੇਰੇ ਪਾਪਾ ਪਿੰਡੋਂ ਇੱਕ ਹੋਰ ਸੀਗੇ ਮੈਂਬਰ ਸੀਗੇ, ਉਹ ਚਲੇ ਗਏ, ਚਲੋ ਅਸੀਂ 2-3 ਜਣੇ ਚਲੇ ਗਏ ਗੱਡੀ 'ਚ, ਪਰ ਸਰ ਉੱਥੇ ਸਾਨੂੰ ਮਿਲੇ ਨਹੀਂ ਹੈਗੇ ਮੰਤਰੀ ਸਾਹਿਬ। ਅਸੀਂ ਐਵੇਂ ਚਲੋ ਗੇੜਾ ਕੱਢ ਕੇ ਮੁੜ ਆਏ ਹੈ ਨਾ, 4-5 ਹਜ਼ਾਰ ਰੁਪਇਆ ਦੇ ਕੇ ਗੱਡੀ ਦਾ ਐਵੇਂ ਬਸ ਮੁੜ ਆਏ, ਕੁਛ ਨਹੀਂ ਬਣਿਆ ਹੈਗਾ ਸਰ। ਇਸ ਤੋਂ ਬਾਅਦ ਵੀ ਹੁਣ ਉਹਨਾਂ ਨੇ ਵਾਅਦਾ ਤਾਂ ਕੀਤਾ ਸੀ ਵੀ ਜੋਬ ਦੇਵਾਂਗੇ ਹੈ ਨਾ, ਮੈਨੂੰ ਉਮੀਦ ਸੀ ਵੀ ਸ਼ਾਇਦ ਮੇਰਾ ਹੋ ਹੀ ਜਾਊਗਾ, ਕਿਉਂਕਿ ਸਰ ਮੈਂ ਸਕੂਲੀ ਗੇਮਸ ਵਗੈਰਾ ਵੀ ਖੇਡੀਆਂ ਸੀ ਹੈ ਨਾ ਉਸ ਟਾਈਮ, ਕਿਉਂਕਿ ਸਕੂਲੀ ਗੇਮ ਜਿਹੜੇ ਬੱਚੇ ਦਾ ਮੈਡਲ ਹੁੰਦਾ ਗਾ ਉਹਨਾਂ ਨੂੰ ਸਕੂਲੀ ਗੇਮ ਹੁਣ ਪੰਜਾਬ ਸਰਕਾਰ ਹੀ ਕਰਵਾਉਂਦੀ ਹੈਗੀ ਹੈ ਨਾ, ਤਾਂ ਹੋਣੀ ਚਾਹੀਦਾ ਜੋਬ ਤਾਂ ਸਰ, ਪਰ ਅੱਜ ਤੱਕ ਨਹੀਂ ਕੁਛ ਵੀ ਹੋ ਸਕਿਆ। ਇੰਨੀਆਂ ਆਸਾਂ ਹੋਈਆਂ, ਇੰਨਾ ਜ਼ਿਆਦਾ ਕੁਝ ਹੋਇਆ, ਤੁਸੀਂ ਸਕੂਲ ਸਮੇਂ ਤੋਂ ਮੈਡਲ ਲੈਂਦੇ ਆ ਰਹੇ ਹੋ, ਅਤੇ ਤੁਸੀਂ ਇੱਕ ਹਰੇਕ ਦਾ ਜਿਵੇਂ ਤੁਹਾਡਾ ਵੀ ਸੁਪਨਾ ਸੀ ਫੋਰਨ ਖੇਡਣਾ, ਫੋਰਨ ਵੀ ਖੇਡਿਆ ਏ। ਕੀ ਲੱਗਦਾ ਸਰਕਾਰਾਂ ਨੇ ਫਿਰ ਤੁਹਾਨੂੰ ਕੀ ਦਿੱਤਾ, ਜਾਂ ਤੁਹਾਨੂੰ ਗੇਮਾਂ ਜਿਹੜੀਆਂ ਕੀਤੀਆਂ ਗੇਮਾਂ 'ਤੇ ਕੀ ਲੱਗਦਾ ਗਿਲਾ ਨਹੀਂ ਹੋਇਆ ਫਿਰ? ਸਰ ਦੁੱਖ ਤਾਂ ਬਹੁਤ ਹੁੰਦਾ ਜੀ, ਕਿਉਂਕਿ ਇੱਕ ਜਦੋਂ ਇੰਨੇ ਨੀਚੋਂ ਉੱਠ ਕੇ ਹੈ ਨਾ, ਇੰਨੇ ਲੋ ਲੈਵਲ ਤੋਂ ਉੱਠ ਕੇ ਜਦੋਂ ਇੰਨੇ ਉੱਪਰ ਹੈ ਨਾ ਜਾਣਾ, ਉਦੋਂ ਕਿੰਨੀਆਂ ਜ਼ਿਆਦਾ ਮੁਸ਼ਕਿਲਾਂ ਆਉਂਦੀਆਂ ਨੇ ਹੈ ਨਾ, ਫਾਈਨੈਂਸ਼ੀਅਲੀ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਆ। ਹੁਣ ਘਰ ਦੀ ਆਰਥਿਕ ਸਥਿਤੀ ਇੰਨੀ ਵਧੀਆ ਨਹੀਂ ਹੈਗੀ ਗੀ, ਕਿਉਂਕਿ ਮੈਂ ਜਦੋਂ ਸ਼ੁਰੂ ਤੋਂ ਹੀ ਗੇਮ ਕੀਤੀ ਆ, ਪਹਿਲਾਂ ਹੈ ਨਾ ਕਿਸੇ ਤੋਂ 100 ਰੁਪਇਆ ਮੰਗ ਕੇ ਚਾਚੇ ਨੇ ਦਿੱਤਾ, ਤਾਏ ਨੇ ਦਿੱਤਾ, ਮੇਰੇ ਡੈਡੀ ਨੇ ਵੀ ਹੈ ਨਾ ਵਿਆਜ 'ਤੇ ਮੈਨੂੰ ਪੈਸੇ ਲਿਆ ਕੇ ਦੇਣੇ। ਫਿਰ ਤੁਹਾਨੂੰ ਪਤਾ ਹੀ ਆ ਸਰ ਵਿਆਜ ਇੱਕ ਸਾਲ ਨਹੀਂ ਉਤਰਨਾ ਹੈ ਨਾ, ਉਹਨਾਂ ਪੈਸਿਆਂ ਦਾ ਅੱਜ ਤੱਕ ਮੇਰੀ ਪੜ੍ਹਾਈ ਦਾ ਵਿਆਜ ਸ਼ਾਇਦ ਨਹੀਂ ਉਤਰ ਰਿਹਾ, ਇਸ ਲਈ ਸਾਰੇ ਟੱਬਰ ਨੂੰ ਕੰਮ ਕਰਨਾ ਪੈ ਰਿਹਾ ਹੈਗਾ। ਪਰ ਦੁੱਖ ਵੀ ਹੁੰਦਾ ਸਰ ਬਹੁਤ, ਕਦੇ ਐਵੇਂ ਵੀ ਲੱਗਦਾ ਵੀ ਨਹੀਂ ਮੈਨੂੰ ਇੰਨੀ ਮਤਲਬ ਮਿਹਨਤ, ਇਹ ਗੇਮ 'ਚ ਮਿਹਨਤ ਨਹੀਂ ਸੀ ਕਰਨੀ ਚਾਹੀਦੀ। ਹੋ ਸਕਦਾ ਮੈਂ ਕਿਸੇ ਹੋਰ ਫੀਲਡ 'ਚ ਕਰਦੀ, ਅੱਜ ਮੈਂ ਆਪਣੇ ਪੇਰੈਂਟਸ ਦੇ ਸੁਪਨੇ ਪੂਰੇ ਕਰ ਸਕਦੀ, ਸ਼ਾਇਦ ਉਹਨਾਂ ਨੂੰ ਗਰੀਬੀ 'ਚੋਂ ਕੱਢ ਸਕਦੀ। ਜਦੋਂ ਤੁਸੀਂ ਗੇਮ ਕਰਦੇ ਹੋ, ਗੇਮ ਦੇ ਵਿੱਚ ਤੁਹਾਡਾ ਮਨ ਲੱਗਿਆ, ਤੁਸੀਂ ਗੇਮ ਜਾ ਕੇ ਕੀਤੀ, ਤਾਂ ਤੁਹਾਨੂੰ ਇਹ ਉਮੀਦਾਂ ਹੈਗੀਆਂ ਸੀ ਵੀ ਹਾਂ ਮੈਂ ਇਹ ਗੇਮ ਕਰ ਰਹੀ ਹਾਂ, ਜਦੋਂ ਮੈਂ ਹੁਣ ਬਾਹਰਲੀ ਕੰਟਰੀ ਤੱਕ ਜਾ ਰਹੀ ਹਾਂ ਤਾਂ ਮੈਨੂੰ ਉਹਦੀ ਨੌਕਰੀ ਮਿਲ ਜੂਗੀ? ਸਰ ਓਬਵੀਅਸਲੀ ਬਹੁਤ ਹੁਣ ਹੁੰਦਾ ਹੀ ਆ ਸਰ, ਕਿਉਂਕਿ ਵਰਲਡ ਕੱਪ ਖੇਡੇ ਖਿਡਾਰੀ, ਸਰਕਾਰ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਹੈ ਨਾ, ਜਿਹੜੇ ਵੀ ਕੋਈ ਵੀ ਖਿਡਾਰੀ ਆਉਂਦੇ ਆਗੇ ਸਭ ਨੂੰ ਪਹਿਲਾਂ ਨੌਕਰੀ ਦਿੱਤੀ ਜਾਂਦੀ ਆ ਕਿ ਉਹਨਾਂ ਦਾ ਇੰਨਾ ਜ਼ਿਆਦਾ ਮਾਣ ਸਨਮਾਨ ਕੀਤਾ ਜਾਂਦਾ ਹੈ ਨਾ।
ਵੈਲਕਮ ਕੀਤਾ ਜਾਂਦਾ, ਪਰ ਸਰ ਮੇਰਾ ਪ੍ਰਸ਼ਾਸਨ ਵੱਲੋਂ ਵੀ ਜਦੋਂ ਮੈਂ ਮਲੇਸ਼ੀਆ ਖੇਡ ਕੇ ਆਈ ਸੀ ਕੋਈ ਵੈਲਕਮ ਨਹੀਂ ਕੀਤਾ ਗਿਆ। ਸਿਰਫ ਮੇਰੇ ਪਿੰਡ ਦੀ ਪੰਚਾਇਤ, ਸਾਡਾ ਸਪੋਰਟਸ ਕਲੱਬ ਸੀਗਾ, ਇਹਨਾਂ ਸਭ ਨੇ ਮੇਰਾ ਮਤਲਬ ਬਹੁਤ ਮਾਣ ਸਨਮਾਨ ਕੀਤਾ, ਪੈਸੇ ਵੀ ਦਿੱਤੇ ਮੈਨੂੰ ਇਹਨਾਂ ਨੇ ਸਨਮਾਨ ਕਰਿਆ ਮੇਰਾ, ਪਰ ਪ੍ਰਸ਼ਾਸਨ ਵੱਲੋਂ ਮੈਨੂੰ ਕੁਝ ਨਹੀਂ ਮਿਲਿਆ ਹੈਗਾ, ਨਾ ਹੀ ਉਹਨਾਂ ਨੇ ਮੇਰਾ ਵੈਲਕਮ ਕੀਤਾ ਮਲੇਸ਼ੀਆ ਤੋਂ ਆ ਕੇ। ਨੌਕਰੀ ਤਾਂ ਸਰਕਾਰ ਨੇ ਨਹੀਂ ਦਿੱਤੀ, ਜਿਹੜੀਆਂ ਤੁਸੀਂ ਗੇਮਾਂ ਕੀਤੀਆਂ ਨੇ, ਜਿੰਨਾ ਸਮਾਂ ਸਟਰਗਲ ਕੀਤਾ, ਹੁਣ ਵੀ ਤੁਸੀਂ ਕਰੀ ਜਾ ਰਹੇ ਹੋ, ਝੋਨਾ ਲਾ ਰਹੇ ਹੋ, ਸਰਕਾਰ ਵੱਲੋਂ ਹੋਰ ਕੀ ਮਿਲਿਆ ਤੁਹਾਨੂੰ? ਸਰ ਸਰਕਾਰ ਵੱਲੋਂ ਤਾਂ ਕੁਝ ਨਹੀਂ ਮਿਲਿਆ ਜੀ, ਹਾਲੇ ਤੱਕ ਸਿਰਫ ਝੂਠੇ ਲਾਰਿਆਂ ਤੋਂ। ਲੱਗਦਾ ਗਾ ਸਰਕਾਰਾਂ ਗਾਹਾਂ ਗੱਲਾਂ ਸੁਣਨਗੀਆਂ ਜਾਂ ਨੌਕਰੀ ਮਿਲੂਗੀ? ਸਰ ਕੱਲ੍ਹ ਨਾ ਇੱਕ ਨਿਊਜ਼ ਵਾਲਿਆਂ ਨੇ ਵੀਡੀਓ ਕਾਨਫਰੰਸ ਰਾਹੀਂ ਜ਼ੂਮ ਐਪ ਰਾਹੀਂ ਸਪੋਰਟਸ ਮੰਤਰੀ ਜੀ ਨਾਲ ਗੱਲ ਕਰਵਾਈ ਸੀ। ਉਹਨਾਂ ਨਾਲ ਮੇਰੀ ਗੱਲ ਹੋਈ, ਉਹਨਾਂ ਨੇ ਕਿਹਾ ਵੀ ਤੁਹਾਨੂੰ ਇੱਕ ਬੱਚੀ ਮਿਲੀ ਹੋਊਗੀ 2018 'ਚ, ਤੁਸੀਂ ਉਹਨਾਂ ਨੂੰ ਜੋਬ ਦਾ ਵਾਅਦਾ ਕੀਤਾ ਸੀਗਾ, ਹੈ ਨਾ। ਤੇ ਉਹ ਕਹਿੰਦੇ ਵੀ ਨਹੀਂ ਮੇਰੇ ਕੋਲ ਕੋਈ ਬੱਚਾ ਨਹੀਂ ਆਇਆ, ਉਹਨਾਂ ਨੇ ਐਵੇਂ ਕਿਹਾ। ਫਿਰ ਮੈਂ ਸਰ ਕਿਹਾ ਵੀ ਸਰ ਮੈਂ ਆਈ ਸੀ 2018 'ਚ ਤੁਹਾਡੇ ਕੋਲ, ਮੇਰਾ ਨਾਮ ਹਰਦੀਪ ਆ। ਤੇ ਉਹਨਾਂ ਨੂੰ ਯਾਦ ਵੀ ਸੀਗਾ, ਮੈਨੂੰ ਪਤਾ, ਕਿਉਂਕਿ ਅਸੀਂ ਗਈ ਹੈ ਨਾ ਮੰਤਰੀ ਸਾਹਿਬ ਦੇ ਥਰੂ ਗਏ ਸੀਗੇ, ਟੈਪੀ ਸਾਹਿਬ ਦੇ ਥਰੂ ਗਏ ਸੀਗੇ। ਉਹਨਾਂ ਨੇ ਕਿਹਾ ਵੀ ਚਲੋ ਠੀਕ ਹੈ, ਇੱਕ ਵਾਰ ਤਾਂ ਮੇਰੇ ਕੋਲ ਆ ਗਈ, ਦੁਬਾਰਾ ਕਿਉਂ ਨਹੀਂ ਆਈ ਹੈਗੀ ਮੇਰੇ ਕੋਲ। ਪਰ ਸਰ ਉਹਨਾਂ ਨੇ ਸੋਚਣਾ ਚਾਹੀਦਾ ਸੀ ਨਾ ਵੀ ਜਦੋਂ ਇੱਕ ਵਾਰ ਅਸੀਂ ਡਾਕੂਮੈਂਟ ਸਬਮਿਟ ਕਰਾਏ ਆ, ਉਹਨਾਂ ਨੇ ਕੋਈ ਆਨਸਰ ਤਾਂ ਦੇਣਾ ਸੀ, ਉਹਨਾਂ ਨੇ ਸਾਨੂੰ ਬੁਲਾਉਣਾ ਚਾਹੀਦਾ ਸੀ। ਚਲੋ ਅਸੀਂ ਫਿਰ ਵੀ ਗਏ ਆ ਸਰ, ਹੈ ਨਾ, 2 ਵਾਰ ਗਏ, ਹੁਣ ਤੱਕ ਵੀ ਪਹੁੰਚਣ ਦੀ ਉਹਨਾਂ ਦਾ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰ ਸਰ ਕੋਈ ਮਿਲੇ ਹੀ ਨਹੀਂ ਰਸਤਾ ਜਿੱਥੋਂ ਤੱਕ ਉਹਨਾਂ ਨੂੰ ਤੱਕ ਪਹੁੰਚਿਆ ਜਾਵੇ। ਹੁਣ ਕੀ ਲੱਗਦਾ ਹੁਣ ਅੱਗੇ ਦਾ ਸਫ਼ਰ ਕੀ ਰਹੂਗਾ? ਕਿਉਂਕਿ ਹਰੇਕ ਦੇ ਸੁਪਨੇ ਅੱਗੇ ਤੱਕ ਹੁੰਦੇ ਆ, ਤੁਹਾਡੇ ਸੁਪਨੇ ਬਹੁਤ ਅੱਗੇ ਗਏ ਆ, ਹੁਣ ਅਗਲੇ ਸੁਪਨਿਆਂ ਬਾਰੇ ਕੀ ਸੋਚਦੇ ਹੋ, ਕੀ ਕਰਨਾ ਅੱਗੇ? ਹੁਣ ਤਾਂ ਕੁਛ ਨਹੀਂ ਜੀ, ਬਸ ਸੁਪਨੇ ਇਹੀ ਆ ਵੀ ਹੁਣ ਤਾਂ ਚਲੋ ਪੇਰੈਂਟਸ ਨੂੰ ਬਸ ਹੁਣ ਇਹਨਾਂ ਨੂੰ ਆਰਾਮ ਕਰਾਈਏ ਜੀ, ਕਿਉਂਕਿ ਇਹਨਾਂ ਨੇ ਹੁਣ ਤੱਕ ਬਹੁਤ ਦਿਹਾੜੀਆਂ ਕਰ ਲਈਆਂ। ਮੇਰੇ ਪਾਪਾ ਤੋਂ ਕੰਮ ਨਹੀਂ ਹੁੰਦਾ ਜੀ, ਹੁਣ ਮੇਰੀ ਮੰਮਾ ਤੋਂ ਵੀ ਕੰਮ ਨਹੀਂ ਹੁੰਦਾ। ਛੋਟਾ ਭਰਾ ਵੱਡਾ ਭਰਾ ਉਹ ਵੀ ਵਿਚਾਰੇ ਬਸ ਮੇਰੇ ਕਰਕੇ ਉਹ ਵੀ ਬਸ ਕੰਮ ਕਰਦੇ ਆ ਜੀ, ਕਿਉਂਕਿ ਮੇਰੀ ਹੋਸਟਲ ਦੀ ਫੀਸ ਵੀ ਹੁੰਦੀ ਆ ਸਰ, ਮੇਰਾ ਮੈਸ ਬਿੱਲ ਵੀ ਹੁੰਦਾ ਗਾ ਹਰ ਇੱਕ ਮਹੀਨੇ ਦਾ 1000-2000। ਮੈਂ ਬੀਪੀਐਡ ਕਰ ਰਹੀ ਹਾਂ, ਪ੍ਰੋਫੈਸਰ ਗੁਰਤੇਜ ਸਿੰਘ ਫਿਜ਼ੀਕਲ ਕਾਲਜ ਪਟਿਆਲਾ 'ਚ ਕਰ ਰਹੀ ਹੈਗੀ। ਵੈਸੇ ਮੇਰੀ ਬੀਪੀਐਡ ਕੰਪਲੀਟ ਹੋ ਚੁੱਕੀ ਹੈ, ਹੁਣ ਮੈਂ ਅੱਗੇ ਐਮਏ ਵੀ ਕਰਨੀ ਹੈ, ਇਸ ਲਈ ਝੋਨਾ ਲਾ ਰਹੀ ਹਾਂ ਵੀ ਚਲੋ ਜਿਹੜਾ 5-10 ਹਜ਼ਾਰ ਰੁਪਈਆ ਹੋਊਗਾ ਉਹਦੇ ਨਾਲ ਮੈਂ ਆਪਣੀ ਐਡਮਿਸ਼ਨ ਕਰਾ ਲੂੰਗੀ ਸਰ। ਅੱਗੇ ਫਿਰ ਮੈਂ ਐਮਪੀਐਡ ਕਰਨ ਬਾਰੇ ਸੋਚ ਰਹੀ ਹਾਂ, ਪਰ ਮੈਨੂੰ ਨਹੀਂ ਲੱਗ ਰਿਹਾ ਵੀ ਹੋਊਗੀ ਹੁਣ, ਕਿਉਂਕਿ ਮੇਰੀ ਮੰਮਾ ਬਿਮਾਰ ਹੋ ਰਹੇ ਹੈਗੇ, ਹੁਣ ਉਹਨਾਂ ਤੋਂ ਕੰਮ ਹੁੰਦਾ ਨਹੀਂ ਹੈਗਾ ਜ਼ਿਆਦਾ, ਔਰ ਹੁਣ ਪੈਸੇ ਵੀ ਮੇਰੇ ਪਾਪਾ ਨੇ ਦੇਣੇ ਆ ਹੈ ਨਾ ਲੋਕਾਂ ਦੇ, ਤਾਂ ਕਰਕੇ ਬਸ ਹੁਣ ਉਹ ਨਹੀਂ ਹੋ ਰਿਹਾ ਵੀ ਅੱਗੇ ਸੋਚਿਆ। ਮੇਰਾ ਦਿਲ ਤਾਂ ਕਰ ਰਿਹਾ ਲੇਕਿਨ ਪਰ ਘਰ ਦੀਆਂ ਮਜਬੂਰੀਆਂ ਰੋਕ ਰਹੀਆਂ ਨੇ ਅੱਗੇ ਜਾਣ ਤੋਂ ਸਰ। ਯਾਨੀ ਕਿ ਜਿੰਨੀ ਗੇਮ ਖੇਡ ਚੁੱਕੇ ਹੋ ਇੰਨੀ ਹੀ ਸੀ, ਇਦੋਂ ਅੱਗੇ ਗੇਮ ਵੀ ਨਹੀਂ ਖੇਡੀ ਜਾਣੀ ਜੇਕਰ ਕੋਈ ਸਪੋਰਟ ਨਹੀਂ ਮਿਲਦੀ ਜਾਂ ਸਰਕਾਰਾਂ ਵੱਲੋਂ ਕੋਈ ਹੱਲ ਨਹੀਂ ਮਿਲਦਾ? ਨਹੀਂ ਸਰ, ਗੇਮ ਤਾਂ ਬਸ ਹੁਣ ਇੱਕ ਤਰ੍ਹਾਂ ਨਾਲ ਰੁਕ ਚੁੱਕੀ ਆ ਜੀ, ਪੜ੍ਹਾਈ ਵੀ ਸ਼ਾਇਦ ਰੁਕ ਜਾਊਗੀ ਹੁਣ, ਕਿਉਂਕਿ ਸਰ ਨਾ ਹੀ ਤਾਂ ਹੁਣ ਤਾਂ ਸਰ ਜੋਬ ਦਾ ਹੀ ਆ, ਅਗਰ ਜੋਬ ਲੱਗ ਜੇ ਸਹੀ ਹੈਗਾ, ਕਿਉਂਕਿ ਹੁਣ ਮੈਂ ਬੀਪੀ ਕਰ ਚੁੱਕੀ ਹਾਂ, ਬੀਪੀਐਡ ਕਰ ਚੁੱਕੀ ਹਾਂ ਸਰ, 2 ਡਿਗਰੀਆਂ ਹੋ ਚੁੱਕੀਆਂ ਨੇ ਮੇਰੇ ਕੋਲ, ਇੰਟਰਨੈਸ਼ਨਲ ਖੇਡ ਚੁੱਕੀ ਹਾਂ, ਹੈ ਨਾ। ਮਤਲਬ ਉਹ ਸਭ ਕੁਝ ਹੈ ਜੋ ਇੱਕ ਨੌਕਰੀ ਲੈਣ ਲਈ ਹੈ ਨਾ ਹੋਣਾ ਚਾਹੀਦਾ, ਉਹ ਸਭ ਯੋਗਤਾ। ਸਰਕਾਰਾਂ ਵੱਲੋਂ ਫਿਰ ਜੋ ਕਿਹਾ ਜਾਂਦਾ ਗਾ, ਸਰਕਾਰਾਂ ਕਹਿੰਦੀਆਂ ਅਸੀਂ ਨੌਕਰੀਆਂ ਦਿੰਦੇ ਹਾਂ, ਹੁਣ ਵੀ ਕੈਪਟਨ ਸਰਕਾਰ ਕਹਿ ਰਹੀ ਸੀ ਵੀ ਅਸੀਂ ਆਹ 2-3 ਮਹੀਨੇ ਪਹਿਲਾਂ ਵੀ ਅਸੀਂ 4 ਸਾਲਾਂ ਦੇ ਵਿੱਚ ਲੱਖਾਂ ਨੌਕਰੀ ਦੇ ਚੁੱਕੇ ਹਾਂ, ਬੇਰੁਜ਼ਗਾਰੀ ਅਸੀਂ ਖਤਮ ਕਰਤੀ ਤੇ ਅਸੀਂ ਨਸ਼ਾ ਜੜੋਂ ਖਤਮ ਕਰਤਾ। ਕੀ ਲੱਗਦਾ ਗਾ ਇਹ ਗੱਲਾਂ ਹੋਈਆਂ ਫਿਰ? ਸਰ ਜਿੱਥੇ ਤੱਕ ਮੈਨੂੰ ਲੱਗਦਾ ਮੇਰੇ ਅਕੋਰਡਿੰਗ ਤਾਂ ਇਹ ਗੱਲਾਂ ਨਹੀਂ ਹੋਈਆਂ ਜੀ, ਬੇਰੁਜ਼ਗਾਰੀ ਬਿਲਕੁਲ ਖਤਮ ਨਹੀਂ ਹੋਈ ਜੀ। ਮੇਰੇ ਪਿੰਡ ਦੀਆਂ ਕੁੜੀਆਂ ਐਮਏ ਕਰ ਰਹੀਆਂ ਨੇ, ਐਮਏ ਪਾਸ, ਨੈਟ ਕਲੀਅਰ ਸਰ। ਮੇਰਾ ਚਾਚਾ ਖੁਦ ਝੋਨਾ ਲਾ ਰਿਹਾ ਜੀ, ਐਮਏ ਕਲੀਅਰ, ਖੁਦ ਰਿਸ਼ਤੇਦਾਰਾ ਮੁੰਡਾ ਉਹ ਝੋਨਾ ਲਾ ਰਿਹਾ ਜੀ। ਨਸ਼ਾ ਦਾ ਤਾਂ ਨਹੀਂ ਜ਼ਿਆਦਾ ਕਹਿ ਸਕਦੇ ਹੈਗੇ, ਪਰ ਇੱਕ ਗੱਲ ਜ਼ਰੂਰ ਆ ਵੀ ਨੌਕਰੀਆਂ ਲਈ ਸਰਕਾਰ ਕੁਝ ਨਹੀਂ ਕਰ ਰਹੀ, ਬੇਰੁਜ਼ਗਾਰੀ ਬਹੁਤ ਫੈਲ ਚੁੱਕੀ ਹੈ ਸਰ। ਸਾਰੇ ਐਮਏ ਨੈਟ ਕਲੀਅਰ ਕੁੜੀਆਂ ਹੈ ਨਾ ਝੋਨਾ ਲਾ ਰਹੀਆਂ ਨੇ, ਤਾਂ ਬਹੁਤ ਜ਼ਿਆਦਾ ਦੁੱਖ ਵੀ ਹੁੰਦਾ ਗਾ ਹੈ ਨਾ, ਕਿਤੇ ਅਫਸੋਸ ਹੁੰਦਾ ਬਹੁਤ ਸਾਰਾ ਦਿਲ ਨੂੰ ਵੀ ਸਾਡੇ ਵਰਗੇ ਹੈ ਨਾ ਪਰ ਗਰੀਬ ਪਰਿਵਾਰਾਂ ਦੇ ਬੱਚੇ ਇੰਨੀ ਨੀਚੇ ਲੈਵਲ ਤੋਂ ਉੱਠ ਕੇ ਇੰਨੇ ਨਿੱਕੇ ਹੁੰਦੇ ਆ ਤੇ ਇੰਨੇ ਸੁਪਨੇ ਦੇਖ ਲੈਂਦੇ ਆ ਵੀ ਚਲੋ ਜਦੋਂ ਘਰ ਦੇ ਹਾਲਾਤ ਸਿਖਾ ਦਿੰਦੇ ਆ ਹੈ ਨਾ ਵੀ ਚਲੋ ਵੀ ਵੱਡੇ ਹੋ ਕੇ ਤੁਸੀਂ ਇੰਨੀ ਮਿਹਨਤ ਕਰੋਗੇ, ਤੁਹਾਨੂੰ ਨੌਕਰੀ ਮਿਲੂਗੀ, ਤੁਸੀਂ ਚਲੋ ਸਕਸੈਸ ਹੋਵੋਗੇ ਜ਼ਿੰਦਗੀ 'ਚ। ਪਰ ਸਰ ਇਹ ਸੁਪਨੇ ਜਦੋਂ ਛੋਟੇ ਹੁੰਦੇ ਦੇਖਦੇ ਹੋ ਤਾਂ ਬਹੁਤ ਵਧੀਆ ਲੱਗਦਾ, ਪਰ ਜਦੋਂ ਵੱਡੇ ਹੋ ਕੇ ਇਹ ਸੁਪਨੇ ਟੁੱਟਦੇ ਆਗੇ ਉਦੋਂ ਬਹੁਤ ਦੁੱਖ ਹੁੰਦਾ ਜੀ। ਜਿਹੜੀ ਖੇਡ ਸੀਗੀ ਫਿਰ ਹੁਣ ਇਹ ਨਹੀਂ ਲੱਗਦਾ ਕਿਤੇ ਨਾ ਕਿਤੇ ਵੀ ਜਿਹੜੀ ਮੈਂ ਖੇਡੀ ਆਂਗੀ ਅੱਜ ਤੇ ਉਹਦੇ 10-12 ਸਾਲ ਲਗਾਏ ਆ ਵੀ ਉਹ ਖਰਾਬ ਹੀ ਹੋ ਗਏ? ਸਰ ਖਰਾਬ ਹੀ ਨੇ ਜੀ ਹੁਣ ਤਾਂ ਇੱਕ ਤਰ੍ਹਾਂ ਦੇ, ਕਿਉਂਕਿ ਜਦੋਂ ਕੁਝ ਬਣਿਆ ਹੀ ਨਹੀਂ ਹੈਗਾ ਸਰ। ਮੇਰੇ ਪਾਪਾ ਵੀ ਹੁਣ ਕਾਸ਼ ਮੈਂ ਨਾ ਖੇਡਦੀ ਨਾ ਪੜ੍ਹਦੀ, ਕਮ ਸੇ ਕਮ ਘਰ ਤਾਂ ਪੈ ਜਾਂਦਾ ਸਾਡਾ, ਅਸੀਂ ਆਪਣੇ ਘਰ 'ਚ ਤਾਂ ਬੈਠੇ ਹੋਣਾ ਸੀ ਹੁਣ ਤੱਕ। ਬਿਲਕੁਲ ਸਰਕਾਰਾਂ ਨੂੰ ਇਹ ਇੱਕ ਬਹੁਤ ਵੱਡਾ ਸਵਾਲ ਆ, ਤੇ ਜਿੱਥੇ ਉਹਨਾਂ ਵੱਲੋਂ ਵੱਡੇ ਦਾਅਵੇ ਕੀਤੇ ਜਾਂਦੇ ਆ, ਸਰਕਾਰੀ ਨੌਕਰੀਆਂ ਦੇ ਦਾਅਵੇ ਕੀਤੇ ਜਾਂਦੇ ਆ, ਨਸ਼ਾ ਖਤਮ ਕਰਨ ਦੇ ਦਾਅਵੇ ਕੀਤੇ ਜਾਂਦੇ ਆ, ਸਰਕਾਰੀ ਨੌਕਰੀ ਦੇ ਲਈ ਜੋ ਯੋਗ ਚਾਹੀਦਾ ਹੁੰਦਾ ਉਹ ਯੋਗਤਾਵਾਂ ਸਾਰੀਆਂ ਲੜਕੀ ਦੇ ਕੋਲੇ ਆ, ਹਰਦੀਪ ਕੋਲੇ। ਇਹਨੇ ਉੱਚ ਸਿੱਖਿਆ ਵੀ ਪ੍ਰਾਪਤ ਕੀਤੀ ਆ ਤੇ ਇਹਨੇ ਦੇਸ਼ ਦਾ ਨਾਮ ਵੀ ਉੱਚਾ ਕੀਤਾ, ਪਰ ਨੌਕਰੀ ਦੂਰ ਦੀ ਗੱਲ, ਮੰਤਰੀਆਂ ਵੱਲੋਂ ਲਾਰੇ ਲਗਾ ਕੇ ਇਹਨੂੰ ਚੱਕਰ ਕਟਾਏ ਗਏ ਆ। ਇਹਦਾ ਘਰ ਦਾ ਖਰਚਾ ਜਿਹੜਾ ਜ਼ਿਆਦਾ ਕਰਵਾਇਆ ਗਿਆ। ਇਹਦਾ ਕਹਿਣਾ ਗਾ ਕਿ ਜੇ ਮੈਂ ਨਾ ਖੇਡਾਂ ਖੇਡਦੀ ਤਾਂ
ਘੱਟ ਤੋਂ ਘੱਟ ਮੇਰੇ ਸਿਰ ਤੇ ਕਰਜ਼ਾ ਨਾ ਹੁੰਦਾ, ਮੇਰਾ ਖੁਦ ਦਾ ਘਰ ਤਾਂ ਹੁੰਦਾ। ਅੱਜ ਇਹ ਕਿਰਾਏ ਦੇ ਘਰ ਤੇ ਬੈਠੀ ਆ ਤੇ ਲਗਾਤਾਰ ਅੱਜ ਵੀ ਜਿਹੜਾ ਅੱਜ ਤੋਂ 8 ਸਾਲ 7 ਸਾਲ 10 ਸਾਲ ਪਹਿਲਾਂ ਝੋਨਾ ਲਗਾ ਰਹੀ ਸੀ ਉਸੇ ਤਰ੍ਹਾਂ ਦਿਹਾੜੀ ਮਜ਼ਦੂਰੀ ਕਰ ਰਹੀ ਆ, ਝੋਨੇ ਲਗਾ ਰਹੀ ਆ। ਸਰਕਾਰਾਂ ਜੇ ਵਾਅਦੇ ਕਰਨੇ ਜਾਣਦੀਆਂ ਨੇ ਤਾਂ ਉਹਨਾਂ ਨੂੰ ਪੂਰਾ ਕਰਨਾ ਵੀ ਜਾਣਨਾ ਆਉਣਾ ਚਾਹੀਦਾ। ਇਹ ਬਹੁਤ ਵੱਡਾ ਸਵਾਲ ਆ। ਪਰ ਇਸ ਪਰਿਵਾਰ ਦੀ ਇਸ ਤਰ੍ਹਾਂ ਦੀ ਮੰਗ ਜ਼ਰੂਰ ਆ ਕਿ ਜਿਸ ਤਰ੍ਹਾਂ ਦੀ ਇਹਨੇ ਮਿਹਨਤ ਕੀਤੀ ਆ ਤਾਂ ਸਰਕਾਰ ਇਹਦੇ ਵੱਲ ਝਾਤ ਜ਼ਰੂਰ ਮਾਰੇ। ਮਨੀਸ਼ ਸ਼ਰਮਾ, ਔਨ ਏਅਰ, ਮਾਨਸਾ।